ਹੁਕਮੀ ਹੁਕਮ ਚਲਾਏ ਰਾਹ। ਭਾਈ ਸਾਹਿਬ ਰਾਹੋਂ ਪੜੋ, ਧਿਆਨ ਨਾਲ ਦੇਖੋ, ਹਾਹੇ ਨੂੰ ਔਂਕੜ ਲੱਗੀ ਹੈ। ਫਿਰ ਤੇ ਹੁਕਮਨਾਮੀ ਹੁਕਮੋਂ ਪੜੋ, ਉਸ ਨੂੰ ਵੀ ਔਂਕੜ ਲੱਗੀ ਹੈ। ਇਹ ਤੇ ਸੋਚਿਆ ਨਹੀਂ, ਪਰ ਫਿਰ ਲੱਗੀਆਂ ਕਿਉਂ ਨੇ? ਬਸ ਇਸੇ ਲਈ ਵਿਆਕਰਨ ਪੜ੍ਹਨ ਦੀ ਬਹੁਤ ਜ਼ਰੂਰਤ ਹੈ। ਮੈਨੂੰ ਵੀ ਸਿਖਾਓ ਫਿਰ। ਠੀਕ ਹੈ, ਹਰ ਰੋਜ਼ ਤੁਹਾਨੂੰ ਇੱਕ ਰੂਲ ਦੱਸਾਂਗੇ। ਮੈਨੂੰ ਪਤਾ ਲੱਗ ਗਿਆ। ਤੁਸੀਂ ਦੱਸਿਆ ਕਿ ਜਿੱਥੇ ਔਂਕੜ ਲੱਗਾ ਹੋਵੇ ਉਸ ਦਾ ਉਚਾਰਨ ਨਹੀਂ ਕਰਨਾ। ਦਇਆ ਕਰਹਿ ਬਸਹਿ ਮਨ ਆਏ। ਨਹੀਂ, ਇਸ ਤਰ੍ਹਾਂ ਨਹੀਂ ਕਿ ਔਂਕੜ ਕਿਤੇ ਵੀ ਉਚਾਰਨ ਨਹੀਂ ਹੋਵੇਗਾ। ਓਹ, ਫਿਰ ਤੇ ਬਹੁਤ ਔਖਾ ਹੈ ਯਾਦ ਕਰਨਾ। ਬਿਲਕੁਲ ਨਹੀਂ, ਤੁਸੀਂ ਰੋਜ਼ 10 ਮਿੰਟ ਦਿਓ, ਅਸੀਂ ਵਾਅਦਾ ਕਰਦੇ ਹਾਂ ਕਿ ਮਹੀਨੇ ਵਿੱਚ ਸਿੱਖ ਜਾਓਗੇ। ਓਹ, 10 ਮਿੰਟ ਬਸ? ਤੇ ਸ਼ੁੱਧ ਗੁਰਬਾਣੀ ਪੜ੍ਹਨੀ ਆਜੂ? ਜ਼ਰੂਰ, ਮੈਂ ਤੇ ਡਰ ਗਿਆ ਸੀ। ਗੁਰਬਾਣੀ ਵਿਆਕਰਨ ਨੂੰ ਸਮਝਣ ਲਈ ਸਾਨੂੰ ਪਹਿਲਾਂ ਸ਼ਬਦਾਂ ਦੀਆਂ 8 ਕਿਸਮਾਂ ਨੂੰ ਸਮਝਣਾ ਹੋਵੇਗਾ। ਨਾਂਵ, ਪੜਨਾਂਵ, ਕਿਰਿਆ ਵਿਸ਼ੇਸ਼ਣ, ਸੰਬੰਧਕ, ਸੰਯੋਜਕ ਤੇ ਵਿਸਮਕ। ਉਹ ਅੱਛਾ, ਤੇ ਫਿਰ ਇਹਨਾਂ ਸ਼ਬਦਾਂ ਨੂੰ ਪੜ੍ਹਨ ਤੇ ਸਮਝਣ ਤੇ ਰੂਲ ਵੀ ਵੱਖਰੇ ਹੋਣਗੇ? ਬਿਲਕੁਲ ਇਦਾਂ ਹੀ। ਆਪਾਂ ਹੁਣ ਕੱਲੀ ਕਿਸਮ ਨੂੰ ਸਮਝ ਕੇ ਉਸ ਦੇ ਰੂਲ ਸਮਝਾਂਗੇ। ਬਸ ਫਿਰ ਆ ਗਈ ਗੁਰਬਾਣੀ ਵਿਆਕਰਨ। ਬਿਲਕੁਲ। ਫਿਰ ਆਪਾਂ ਰਾਹ ਨੂੰ ਰਾਹੋਂ ਨਹੀਂ ਪੜਾਂਗੇ। ਹਾ। ਅੱਜ ਆਪਾਂ ਪਹਿਲੀ ਪ੍ਰਕਾਰ ਦੇ ਸ਼ਬਦ ਭਾਵ ਕਿ ਨਾਮ ਬਾਰੇ ਦੇਖਦੇ ਹਾਂ, ਜਿਸ ਸ਼ਬਦ ਤੋਂ ਵਿਅਕਤੀ, ਵਸਤੂ ਜਾਂ ਸਥਾਨ ਦਾ ਗਿਆਨ ਹੋਵੇ, ਜਿਵੇਂ ਆਦਮੀ, ਔਰਤ, ਅਧਿਆਪਕ, ਘਰ, ਦਫ਼ਤਰ, ਸ਼ਹਿਰ, ਦੇਸ਼, ਮੇਜ਼, ਕਾਰ, ਕੇਲਾ ਤੇ ਘੜੀ। ਨਾਮ ਦੀਆਂ 5 ਕਿਸਮਾਂ ਹੁੰਦੀਆਂ ਹਨ: ਆਮ ਨਾਮ, ਖਾਸ ਨਾਮ, ਇਕੱਠਵਾਚਕ ਨਾਮ, ਵਸਤੂਵਾਚਕ ਨਾਮ ਤੇ ਭਾਵਵਾਚਕ ਨਾਮ। ਇਹਨਾਂ 5 ਕਿਸਮਾਂ ਨੂੰ ਫਿਰ ਆਪਾਂ ਡਿਟੇਲ ਵਿੱਚ ਵਿਚਾਰਾਂਗੇ। ਨਾਮ ਦੀਆਂ 5 ਕਿਸਮਾਂ ਦੇਖਦੇ ਹਾਂ। ਆਮ ਨਾਮ, ਜਿਹੜਾ ਨਾਮ ਇੱਕ ਸ਼੍ਰੇਣੀ ਦੀਆਂ ਸਾਰੀਆਂ ਵਸਤਾਂ ਨੂੰ ਪ੍ਰਗਟ ਕਰੇ। ਸ਼ਹਿਰ, ਪੁਸਤਕ। ਖਾਸ ਨਾਮ, ਜਿਹੜਾ ਨਾਮ ਕਿਸੇ ਖਾਸ ਜਗ੍ਹਾ ਦੇ ਜਾਂ ਕਿਸੇ ਖਾਸ ਵਿਅਕਤੀ ਦੇ ਨਾਮ ਨੂੰ ਪ੍ਰਗਟ ਕਰੇ। ਸ਼੍ਰੀ ਦਰਬਾਰ ਸਾਹਿਬ। ਇਕੱਠਵਾਚਕ ਨਾਮ, ਜਿਹੜੇ ਨਾਮ ਕਿਸੇ ਇਕੱਠ ਜਿਵੇਂ ਟੀਮ, ਫੌਜ, ਜਮਾਤ ਨੂੰ ਪ੍ਰਗਟ ਕਰਨ। ਵਸਤੂਵਾਚਕ, ਜਿਹੜੇ ਨਾਮ ਉਹਨਾਂ ਵਸਤੂਆਂ ਨੂੰ ਪ੍ਰਗਟ ਕਰਨ ਜਿਹੜੀਆਂ ਤੋਲੀਆਂ ਜਾਂ ਮਿਣੀਆਂ ਜਾ ਸਕਦੀਆਂ ਹਨ, ਜਿਵੇਂ ਪੱਥਰ, ਮਿੱਟੀ, ਸੋਨਾ। ਭਾਵਵਾਚਕ ਨਾਮ, ਜਿਹੜੇ ਨਾਮ ਕਿਸੇ ਭਾਵਨਾ ਨੂੰ ਪ੍ਰਗਟ ਕਰਨ। ਗੁੱਸਾ, ਹੱਸਣਾ, ਰੋਣਾ ਤੇ ਸ਼ਾਂਤ। ਆਓ ਹੁਣ ਆਪਾਂ ਗੁਰਬਾਣੀ ਦੀਆਂ ਪੰਕਤੀਆਂ ਵਿੱਚੋਂ ਕੁਝ ਨਾਵਾਂ ਦੀ ਪਛਾਣ ਕਰੀਏ। ਫਿਰ ਆਪਾਂ ਗੁਰਬਾਣੀ ਵਿੱਚ ਨਾਮ ਦੇ ਨਿਯਮ ਸਮਝਾਂਗੇ। ਗਾਵੈ ਕੋ ਸਾਜ ਕਰੇ ਤਨ ਖੇਹ। ਇਸ ਪੰਕਤੀ ਵਿੱਚ ਤਨ ਅਤੇ ਖੇਹ ਦੋਨੋਂ ਹੀ ਨਾਮਵਾਚਕ ਸ਼ਬਦ ਹਨ। ਆਖੈ ਮੰਗਹਿ ਦੇਹ ਦਾਤ ਕਰੇ ਦਾਤਾਰ। ਦਾਤਾਰ ਇਸ ਵਿੱਚ ਨਾਮ ਹੈ। ਸੁਣਿਆ ਸਿੱਧ ਪੀਰ ਸੁਰਨਾਥ। ਇਸ ਵਿੱਚ ਸਿੱਧ, ਪੀਰ, ਸੁਰ ਤੇ ਨਾਥ ਸਾਰੇ ਹੀ ਨਾਮਵਾਚਕ ਸ਼ਬਦ ਹਨ। ਆਖੈ ਵੇਦ ਪਾਠ ਪੁਰਾਣ। ਵੇਦ, ਪਾਠ, ਪੁਰਾਣ ਸਾਰੇ ਹੀ ਨਾਮਵਾਚਕ ਸ਼ਬਦ ਹਨ। ਅੱਜ ਆਪਾਂ ਗੁਰਬਾਣੀ ਵਿੱਚ ਨਾਮ ਸ਼ਬਦ ਦੇ ਨਿਯਮ ਦੇਖਾਂਗੇ। ਜੇਕਰ ਗੁਰਬਾਣੀ ਦੀ ਪੰਕਤੀ ਦੇ ਨਾਮ ਰੂਪੀ ਸ਼ਬਦ ਦੇ ਅਖੀਰਲੇ ਅੱਖਰ ਨੂੰ ਕੋਈ ਮਾਤਰਾ ਨਾ ਹੋਵੇ ਤਾਂ ਉਸ ਨੂੰ ਔਂਕੜ ਲੱਗਾ ਹੁੰਦਾ ਹੈ। ਨਾਮ ਰੂਪੀ ਸ਼ਬਦ ਨੂੰ ਲੱਗਾ ਹੈ ਔਂਕੜ ਕੇਵਲ ਨਾਮ ਦੀ ਪਹਿਚਾਣ ਦਰਸਾਉਂਦਾ ਹੈ। ਇਹ ਔਂਕੜ ਦਾ ਉਚਾਰਨ ਨਹੀਂ ਕਰਨਾ ਹੁੰਦਾ। ਫੇਰ ਤੇ ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸਾਹ। ਸੱਜਣ, ਪਾਤਸ਼ਾਹ, ਸਾਹ, ਕਿਸੇ ਦੀ ਵੀ ਔਂਕੜ ਨਹੀਂ ਪੜੀ ਜਾਵੇਗੀ। ਬਿਲਕੁਲ ਨਹੀਂ ਪੜੀ ਜਾਵੇਗੀ। ਮੈਂ ਵੀ ਕੁਝ ਪੰਕਤੀਆਂ ਦੇਖੀਆਂ ਜਿੱਥੇ ਕਿ ਔਂਕੜ ਤਾਂ ਹੈ, ਪਰ ਆਪਾਂ ਕਦੇ ਉਚਾਰਨ ਨਹੀਂ ਕਰਦੇ। ਦੂਜੀ ਛੋਟ ਕੁਵਾਟੜੀ, ਇੱਕ ਸੌ ਚਿੱਤ ਲਾਏ। ਸੱਚ ਵਖਰ ਜਿਨੀ ਲੱਦਿਆ, ਸੇ ਸਚੜੇ ਪਾਸਾਰ। ਸੋ ਪ੍ਰਭ ਚਿਤ ਨ ਆਵਈ, ਨਾਨਕ ਨਹੀਂ ਕਰਾਮ। ਬਿਖਿਨ ਸਿਓ ਕਾਹੇ ਰਚਿਓ, ਨਿਮਖ ਨ ਹੋਏ ਉਦਾਸ। ਤਰਨਾ ਪੋ ਇਉ ਹੀ ਗਇਓ, ਲਿਓ ਜਰਾ ਤਨ ਜੀਤ। ਇਹਨਾਂ ਪੰਕਤੀਆਂ ਵਿੱਚ ਚਿੱਤ, ਵਖਰ, ਪ੍ਰਭ, ਉਦਾਸ, ਤਨ ਸਭ ਸ਼ਬਦਾਂ ਦੇ ਅਖੀਰਲੇ ਅੱਖਰ ਨੂੰ ਔਂਕੜ ਹੈ, ਪਰ ਇਸ ਨੂੰ ਕੋਈ ਨਹੀਂ ਪੜ੍ਹਦਾ। ਸੋ ਇਹ ਤੇ ਸਿੱਧ ਹੈ ਕਿ ਨਾਮ ਦੇ ਔਂਕੜ ਦਾ ਉਚਾਰਨ ਨਹੀਂ ਹੁੰਦਾ। ਆਸਾ ਕੀ ਵਾਰ ਦੀ 13ਵੀਂ ਪੌੜੀ ਦੇ ਸਲੋਕ ਵਿੱਚ ਰਥਵਾਹੁ ਉਚਾਰਨ ਗਲਤ ਹੈ। ਜਿਵੇਂ ਆਪਾਂ ਨਾਮ ਦੇ ਨਿਯਮ ਪੜ੍ਹੇ ਹਨ। ਸਤਜੁਗ ਰਥ ਸੰਤੋਖ ਕਾ ਧਰਮ ਅਗਰ ਰਥਵਾਹ। ਤ੍ਰੇਤੈ ਰਥ ਜਤੈ ਕਾ ਜੋਰ ਅਗਰ ਰਥਵਾਹ। ਰਥਵਾਹ ਤਾਂ ਰਥ ਨੂੰ ਚਲਾਉਣ ਵਾਲਾ ਹੁੰਦਾ ਹੈ। ਨਾਮ ਹੋਇਆ ਰਾਗੀ ਸਿੰਘਾਂ ਤੋਂ ਇਸ ਦਾ ਉਚਾਰਨ ਰਥਵਾਹੁ ਸੁਣੀਦਾ ਹੈ। ਬਿਲਕੁਲ, ਰਥਵਾਹ ਰਥ ਨੂੰ ਚਲਾਉਣ ਵਾਲਾ ਹੁੰਦਾ ਤੇ ਫਿਰ ਨਾਮ ਦੇ ਔਂਕੜ ਨੂੰ ਉਚਾਰਨ ਨਹੀਂ ਕਰਨਾ, ਇਸ ਨੂੰ ਰਥਵਾਹ ਪੜਿਆ ਜਾਏਗਾ। ਹਾਂਜੀ, ਹੁਣ ਤਾਂ ਸਮਝ ਆ ਗਿਆ। ਕਿਤੇ ਆਪਾਂ ਔਂਕੜ ਦਾ ਉਚਾਰਨ ਕਰ ਦਿੰਦੇ ਹਾਂ ਤੇ ਕਿਤੇ ਛੱਡ ਦਿੰਦੇ ਹਾਂ। ਨਾਮ ਦੇ ਨਿਯਮਾਂ ਅਨੁਸਾਰ ਉਚਾਰਨ ਕਰਨਾ ਠੀਕ ਲੱਗਦਾ ਹੈ। ਅੱਗੇ ਚੱਲਣ ਤੋਂ ਪਹਿਲਾਂ ਆਪਾਂ ਇੱਕ ਵਾਰ ਦੇਖ ਲੈਂਦੇ ਹਾਂ ਕਿ ਪਿੱਛੇ ਆਪਾਂ ਪੜ੍ਹਿਆ ਕਿ ਗੁਰਬਾਣੀ ਵਿੱਚ ਜਿਹੜੇ ਸ਼ਬਦਾਂ ਦੇ ਅਖੀਰਲੇ ਅੱਖਰ ਨੂੰ ਔਂਕੜ ਲੱਗਾ ਹੋਵੇ, ਉਹ ਸ਼ਬਦ ਕਿਸੇ ਵਸਤੂ, ਵਿਅਕਤੀ, ਸਥਾਨ ਦਾ ਨਾਮ ਹੋਵੇ, ਉਸ ਦੇ ਔਂਕੜ ਦਾ ਉਚਾਰਨ ਨਹੀਂ ਹੁੰਦਾ, ਬਲਕਿ ਉਹ ਉਸ ਸ਼ਬਦ ਦੇ ਨਾਮ ਹੋਣ ਦੀ ਨਿਸ਼ਾਨੀ ਹੁੰਦੀ ਹੈ। ਕਾਵੇ ਕੋ ਸਾਜ ਕਰੇ ਤਨਖੇ, ਤਨ, 8 ਪੈਰ ਧਿਆਈਏ ਗੋਪਾਲ। ਨਾਨਕ ਦਰਸ਼ਨ ਦੇਖ ਨਿਹਾਲ, ਦਰਸ਼ਨ। ਸਾਧ ਸੰਗ ਨਾਨਕ ਭਜੈ, ਬਿਖ ਤਰਿਆ ਸੰਸਾਰ। ਬਿਖ ਇਸ ਵਿੱਚ ਜ਼ਹਿਰ ਕਿਸੇ ਵਸਤੂ ਦਾ ਨਾਮ ਹੈ, ਇਸ ਲਈ ਇਸ ਦੀ ਔਂਕੜ ਦਾ ਉਚਾਰਨ ਨਹੀਂ ਹੋਵੇਗਾ। ਭਾਈ ਸਾਹਿਬ, ਇਹ ਰੂਲ ਸਿੱਖਣ ਨਾਲ ਇੱਕ ਹੋਰ ਮੁਸ਼ਕਲ ਹੱਲ ਹੋ ਗਈ। ਉਹ ਕੀ? ਦੇਖੋ, ਜਪਜੀ ਸਾਹਿਬ ਦੇ ਸ਼ੁਰੂ ਵਿੱਚ ਗੁਰੂ ਸਾਹਿਬ ਜੀ ਨੇ ਜਪ ਲਿਖਿਆ ਹੈ, ਜਿਸ ਨੂੰ ਕਿ ਔਂਕੜ ਲੱਗਾ ਹੋਇਆ ਹੈ, ਪਰ ਇਸ ਨੂੰ ਕਦੇ ਵੀ ਕੋਈ ਜਪੋ ਨਹੀਂ ਪੜ੍ਹਦਾ। ਭਾਵ ਇਸ ਤੋਂ ਸਿੱਧ ਹੁੰਦਾ ਹੈ ਕਿ ਜਪ ਅੱਗੇ ਸ਼ੁਰੂ ਹੋਣ ਵਾਲੀ ਬਾਣੀ ਦਾ ਨਾਮ ਹੈ, ਇਸ ਦਾ ਉਚਾਰਨ ਵੀ ਨਹੀਂ ਹੁੰਦਾ।
ਬਿਲਕੁਲ ਇਸੇ ਤਰ੍ਹਾਂ ਹੈ। ਇੱਥੋਂ ਹੀ ਜਪ, ਜਿਸ ਨੂੰ ਕਿ ਗੁਰਸਿੱਖ ਪਿਆਰ ਨਾਲ ਜਪਜੀ ਸਾਹਿਬ ਕਹਿ ਕੇ ਸੰਬੋਧਨ ਕਰਦੇ ਹਨ, ਉਸ ਦਾ ਆਰੰਭ ਹੁੰਦਾ ਹੈ। ਬਹੁਤ ਵਧੀਆ ਸਿਧਾਂਤ ਸਾਬਤ ਹੁੰਦਾ ਹੈ। ਸੋ ਇਸ ਤੋਂ ਪਹਿਲਾਂ ਮੂਲ ਮੰਦਰ ਦਾ ਮੰਗਲਾਚਰਨ ਹੈ ਤੇ ਫਿਰ ਜਪਜੀ ਸਾਹਿਬ ਦਾ ਪਾਠ ਆਰੰਭ ਹੈ। ਅੱਜ ਅਸੀਂ ਦੇਖਦੇ ਹਾਂ ਕਿ ਨਾਮ ਰੂਪੀ ਸ਼ਬਦਾਂ ਦੇ ਵਿੱਚ ਕੁਝ ਅਜਿਹੇ ਹਨ ਜਿਨ੍ਹਾਂ ਦੇ ਅਖੀਰਲੇ ਅੱਖਰ ਦਾ ਔਂਕੜ ਉਤਰ ਜਾਂਦਾ ਹੈ। ਅੱਛਾ ਜੀ, ਉਹ ਕਿਵੇਂ? ਇਹਨਾਂ ਨਾਵਾਂ ਵਿੱਚ ਪਹਿਲੀ ਉਦਾਹਰਣ ਹੈ ਬਹੁਵਚਨ ਨਾਮ, ਜਿਵੇਂ ਕਿ ਕੀਤੇ ਮੂਰਖ ਖਾਹੀ ਖਾਹੇ। ਇਸ ਵਿੱਚ ਦੇਖੋ, ਭਾਵੇਂ ਕਿ ਮੂਰਖ ਆਮ ਨਾਮ ਹੈ ਪਰ ਇਸ ਦੇ ਖੱਖੇ ਨੂੰ ਔਂਕੜ ਨਹੀਂ ਹੈ, ਭਾਵ ਬਹੁਤੇ ਮੂਰਖਾਂ ਦੀ ਗੱਲ ਹੋ ਰਹੀ ਹੈ। ਭਾਵ ਜੇ ਨਾਮ ਦੇ ਅਖੀਰਲੇ ਅੱਖਰ ਨੂੰ ਔਂਕੜ ਨਹੀਂ ਲੱਗਾ ਤੇ ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਉਹ ਨਾਮ ਰੂਪ ਸ਼ਬਦ ਬਹੁਵਚਨ ਹੈ। ਬਿਲਕੁਲ। ਜੋ ਆਪਾਂ ਕੱਲ ਨਿਯਮ ਦੇਖਿਆ ਸੀ, ਮੈਂ ਉਸ ਦੀਆਂ ਬਹੁਤ ਉਦਾਹਰਨਾਂ ਦੇਖੀਆਂ। ਜਿੱਥੇ ਨਾਮ ਇਕਵਚਨ ਹੋਵੇ ਉੱਥੇ ਔਂਕੜ ਹੁੰਦਾ ਹੈ, ਜਿੱਥੇ ਬਹੁਵਚਨ ਹੋਵੇ ਉੱਥੇ ਨਹੀਂ ਹੁੰਦਾ। ਇਹਨਾਂ ਦੋ ਪੰਕਤੀਆਂ ਵਿੱਚ ਮੂਰਖ ਇਕਵਚਨ ਹੈ, ਇਸ ਲਈ ਖੱਖੇ ਨੂੰ ਔਂਕੜ ਹੈ। ਇਹੋ ਮਨੋ ਮੂਰਖ ਲੋਭੀਆ ਲੋਭੇ ਲਗਾ ਲਬਾਨ, ਸੋ ਮੂਰਖ ਜੋ ਆਪ ਨਾ ਪਛਾਣੇ। ਇਹਨਾਂ ਦੋ ਪੰਕਤੀਆਂ ਵਿੱਚ ਮੂਰਖ ਬਹੁਵਚਨ ਹੈ, ਇਸ ਲਈ ਖੱਖੇ ਨੂੰ ਔਂਕੜ ਨਹੀਂ ਹੈ। ਅਸੰਖ ਮੂਰਖੰਦ ਘੋਰ ਹਮ ਮੂਰਖ ਮੂਰਖ ਮਨ ਮਾਹੇ। ਇਸ ਪੰਕਤੀ ਵਿੱਚ ਮਾਹ ਬਹੁਵਚਨ ਹੈ, ਬਹੁਤੇ ਮਹੀਨੇ, ਇਸ ਲਈ ਹਾਹੇ ਨੂੰ ਔਂਕੜ ਨਹੀਂ ਹੈ। ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਇਸ ਪੰਕਤੀ ਵਿੱਚ ਮਾਹ ਇੱਕ ਵਚਨ ਹੈ, ਇੱਕ ਮਹੀਨਾ, ਇਸ ਲਈ ਹਾਹੇ ਨੂੰ ਔਂਕੜ ਹੈ। ਕਵਣ ਸਿਰੁਤੀ ਮਾਹ ਕਵਣ ਜਿਤ ਹੋਆ ਆਕਾਰ। ਇਸੇ ਤਰ੍ਹਾਂ ਸਿੱਧ ਅਤੇ ਕਰ ਦੇ ਇਹ ਸ਼ਬਦ, ਸਨਮੁਖ ਸਿੱਧ ਭੇਟਣ ਕੋ ਆਏ ਨਿਸ਼ਚੋ ਦੇਹ ਵਡਿਆਈ। ਸਿੱਧ ਹੋਵਾ ਸਿੱਧ ਲਾਈ ਰਿੱਧਾ ਖਾਓ, ਆਪਣੇ ਸੇਵਕ ਕੀ ਪੈਜ ਰੱਖੀਆ ਦੋਇ ਕਰ ਮਸਕ ਧਾਰ ਜੀਓ। ਇਹ ਕਰ ਕਰੇ ਸੋ ਇਹ ਕਰ ਪਾਏ। ਤੁਸੀਂ ਬਿਲਕੁਲ ਠੀਕ ਪਛਾਣਿਆ ਹੈ। ਹੁਣ ਅੱਗੇ ਆਪਾਂ ਨਾਮ ਦਾ ਦੂਜਾ ਅਪਵਾਦ ਦੇਖਦੇ ਹਾਂ। ਇੱਥੇ ਨਾਮ ਇਸਤਰੀ ਲਿੰਗ ਹੋਵੇ, ਉਸ ਦੇ ਅਖੀਰਲੇ ਅੱਖਰ ਦਾ ਵੀ ਔਂਕੜ ਉਤਰ ਜਾਂਦਾ ਹੈ, ਜਿਵੇਂ ਕਿ ਆਪਾਂ ਬਹੁਵਚਨ ਵਿੱਚ ਦੇਖਿਆ ਸੀ। ਭਰੀਏ ਹੱਥ ਪੈਰ ਤਨ ਦੇ। ਹੁਣ ਦੇਖੋ, ਹੱਥ ਪੈਰ ਤਨ ਤੇ ਦੇ ਚਾਰੇ ਨਾਮ ਹਨ, ਪਰ ਹੱਥ ਪੈਰ ਤਨ ਨੂੰ ਔਂਕੜ ਹੈ, ਦੇਹ ਦੇ ਹਾਹੇ ਨੂੰ ਔਂਕੜ ਨਹੀਂ ਹੈ, ਕਿਉਂਕਿ ਦੇਹ ਇਸਤਰੀ ਲਿੰਗ ਨਾਮ ਹੈ। ਹੱਥ ਪੈਰ ਤੇ ਤਨ ਪੁਲਿੰਗ ਨਾਮ ਹਨ, ਇਸ ਕਰਕੇ ਉਹਨਾਂ ਦੇ ਅਖੀਰਲੇ ਅੱਖਰ ਨੂੰ ਔਂਕੜ ਹੈ, ਪਰ ਦੇਹ ਦੇ ਹਾਹੇ ਨੂੰ ਔਂਕੜ ਨਹੀਂ ਹੈ, ਕਿਉਂਕਿ ਦੇਹ ਇਸਤਰੀ ਲਿੰਗ ਹੈ। ਭੁੱਖਿਆਂ ਭੁੱਖ ਨਾ ਉਤਰੀ। ਭੁੱਖ ਇੱਕ ਨਾਮਵਾਚਕ ਸ਼ਬਦ ਹੈ, ਪਰ ਕਿਉਂਕਿ ਭੁੱਖ ਇਸਤਰੀ ਲਿੰਗ ਹੈ, ਇਸ ਦੇ ਖੱਖੇ ਨੂੰ ਵੀ ਔਂਕੜ ਨਹੀਂ ਹੈ। ਕਾਗਦ ਕਲਮ ਨਾ ਲਿਖਣਹਾਰ। ਹੁਣ ਦੇਖੋ, ਕਲਮ ਇੱਕ ਨਾਮ ਰੂਪੀ ਸ਼ਬਦ ਹੈ, ਲੇਕਿਨ ਕਿਉਂਕਿ ਕਲਮ ਇਸਤਰੀ ਲਿੰਗ ਹੈ, ਮੇਰੀ ਕਲਮ, ਇਸ ਕਰਕੇ ਕਲਮ ਦੇ ਮੰਮੇ ਨੂੰ ਔਂਕੜ ਨਹੀਂ ਹੈ। ਸਮਝ ਆ ਗਈ ਕਿ ਇਸਤਰੀ ਲਿੰਗ ਨਾਮ ਰੂਪੀ ਸ਼ਬਦ ਦੇ ਅਖੀਰਲੇ ਅੱਖਰ ਨੂੰ ਔਂਕੜ ਨਹੀਂ ਹੁੰਦਾ। ਨਿਯਮ ਤਾਂ ਸਮਝ ਆ ਗਿਆ, ਪਰ ਇੱਕ ਪ੍ਰੋਬਲਮ ਹੈ। ਉਹ ਕੀ? ਇਹ ਕਿੱਦਾਂ ਪਤਾ ਲੱਗੇ ਕਿ ਨਾਮ ਪੁਲਿੰਗ ਹੈ ਜਾਂ ਇਸਤਰੀ ਲਿੰਗ? ਲਓ, ਇਸ ਦਾ ਵੀ ਹੱਲ ਦੱਸ ਦਿੰਦੇ ਹਾਂ। ਦੱਸੋ ਫਿਰ। ਜਿਸ ਸ਼ਬਦ ਨਾਲ ਮੇਰਾ ਲੱਗੇ ਉਹ ਪੁਲਿੰਗ ਹੁੰਦਾ ਹੈ, ਤੇ ਜਿਸ ਸ਼ਬਦ ਨਾਲ ਮੇਰੀ ਲੱਗੇ ਉਹ ਇਸਤਰੀ ਲਿੰਗ ਹੁੰਦਾ ਹੈ। ਮੇਰਾ ਭੁੱਖ ਕਿ ਮੇਰੀ ਭੁੱਖ? ਮੇਰੀ ਭੁੱਖ। ਬਸ ਫਿਰ ਭੁੱਖ ਇਸਤਰੀ ਲਿੰਗ ਨਾਮ ਹੈ। ਹੋਰ ਪੁੱਛੋ। ਮੇਰੀ ਦੇ ਕਿ ਮੇਰਾ ਦੇ? ਮੇਰੀ ਦੇ। ਬਸ ਫਿਰ ਦੇਹ ਇਸਤਰੀ ਲਿੰਗ ਹੈ, ਤੇ ਆਪਾਂ ਦੇਖ ਚੁੱਕੇ ਹਾਂ ਕਿ ਭੁੱਖ ਅਤੇ ਦੇਹ ਦੋਵਾਂ ਨੂੰ ਔਂਕੜ ਨਹੀਂ ਲੱਗਦਾ। ਭੁੱਖਿਆਂ ਭੁੱਖ ਨਾ ਉਤਰੀ, ਭਰੀਏ ਹੱਥ ਪੈਰ ਤਨ ਦੇ। ਬਿਲਕੁਲ ਸਮਝ ਆ ਗਿਆ ਜੀ। ਅੱਗੇ ਜਾਣ ਤੋਂ ਪਹਿਲਾਂ ਇੱਕ ਵਾਰ ਦੁਹਰਾ ਲੈਂਦੇ ਹਾਂ। ਜ਼ਰੂਰ। ਜੇਕਰ ਸ਼ਬਦ ਨਾਮ ਹੋਵੇ ਅਤੇ ਉਸ ਦੇ ਅਖੀਰਲੇ ਅੱਖਰ ਨਾ ਹੋਵੇ ਤਾਂ ਉਸ ਨੂੰ ਔਂਕੜ ਲੱਗਦਾ ਹੈ, ਅਤੇ ਇਸ ਔਂਕੜ ਦਾ ਉਚਾਰਨ ਨਹੀਂ ਕੀਤਾ ਜਾਂਦਾ। ਜਿਵੇਂ ਕਿ ਹੁਕਮੀ ਹੁਕਮ ਚਲਾਏ ਰਾਹ, ਕਿਉਂਕਿ ਹੁਕਮ ਅਤੇ ਰਾਹ ਦੋਵੇਂ ਨਾਮ ਰੂਪੀ ਸ਼ਬਦ ਹਨ ਅਤੇ ਇਹਨਾਂ ਦੇ ਅਖੀਰਲੇ ਅੱਖਰਾਂ ਨੂੰ ਕੋਈ ਵੀ ਹੋਰ ਮਾਤਰਾ ਨਹੀਂ ਹੈ, ਸੋ ਅਖੀਰਲੇ ਅੱਖਰ ਨੂੰ ਔਂਕੜ ਲੱਗਾ ਹੋਇਆ ਹੈ ਤੇ ਇਹਨਾਂ ਨੂੰ ਹੁਕਮ ਅਤੇ ਰਾਹ ਬਿਨਾਂ ਔਂਕੜ ਤੋਂ ਪੜ੍ਹਿਆ ਜਾਵੇਗਾ। ਬਿਲਕੁਲ। ਅਤੇ ਆਪਾਂ ਦੇਖਿਆ ਕਿ ਜੇਕਰ ਨਾਮ ਸ਼ਬਦ ਬਹੁਵਚਨ ਜਾਂ ਇਸਤਰੀ ਲਿੰਗ ਹੋਵੇ ਤਾਂ ਇਹਨਾਂ ਨੂੰ ਔਂਕੜ ਨਹੀਂ ਲੱਗਦਾ। ਬਿਲਕੁਲ, ਜਿਵੇਂ ਧੂਪ ਛਾਪ ਜੇ ਸਮਕਰ ਜਾਣਾ, ਧੂਪ ਤੇ ਸ਼ਾਮ ਦੋਨਾਂ ਨੂੰ ਔਂਕੜ ਨਹੀਂ ਹੈ। ਬਿਲਕੁਲ। ਆ ਗੁਰਬਾਣੀ ਦੀ ਪੰਕਤੀ ਦੇਖੋ, ਨਾਨਕ ਕੀ ਅਰਦਾਸ ਹੈ ਸਚ ਨਾਮ ਸੁਹੇਲਾ। ਇਸ ਵਿੱਚ ਨਾਨਕ ਤਾਂ ਇੱਕ ਵਚਨ ਨਾ ਪੁਲਿੰਗ ਹੈ, ਪਰ ਫਿਰ ਵੀ ਇਸ ਨੂੰ ਔਂਕੜ ਨਹੀਂ ਹੈ। ਕਿਉਂ? ਬਸ ਇਹੀ ਆਪਣਾ ਅਗਲਾ ਨਿਯਮ ਹੈ ਜੋ ਅਸੀਂ ਅੱਜ ਸਮਝਣਾ ਹੈ। ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰਬਾਣੀ ਪੜ੍ਹਦੇ ਸਾਡਾ ਮਨ ਇਹ ਸਭ ਸੋਚਣ ਲੱਗ ਪਿਆ ਹੈ। ਇਸ ਨਾਲ ਗੁਰਬਾਣੀ ਨਾਲ ਪਿਆਰ ਅਤੇ ਮਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜੇਗਾ। ਹਾਂਜੀ, ਸਮਝਾਓ। ਹੁਣ ਗੁਰਬਾਣੀ ਪੜ੍ਹ ਕੇ ਵਿਚਾਰ ਤਾਂ ਮਨ ਵਿੱਚ ਆਉਣ ਲੱਗ ਗਈ ਹੈ। ਜਿਸ ਨਾਮ ਦੇ ਪਿੱਛੇ ਸੰਬੰਧਕ ਲੱਗਾ ਹੋਵੇ ਉਸ ਦਾ ਔਂਕੜ ਵੀ ਉਤਰ ਜਾਂਦਾ ਹੈ। ਸੰਬੰਧਕ? ਇਹ ਕੀ ਹੁੰਦਾ ਹੈ? ਜਿਹੜਾ ਸ਼ਬਦ ਦੋ ਸ਼ਬਦਾਂ ਨੂੰ ਜੋੜੇ, ਜਿਵੇਂ ਇਸ ਪੰਕਤੀ ਵਿੱਚ ਕੀ ਸ਼ਬਦ ਨਾਨਕ ਅਤੇ ਅਰਦਾਸ ਨੂੰ ਜੋੜ ਰਿਹਾ ਹੈ। ਉਹ ਅੱਛਾ, ਹੋਰ ਉਦਾਹਰਨ ਦੇ ਕੇ ਵੀ ਸਮਝਾਉਣਾ। ਸੰਬੰਧਕ ਬਾਰੇ ਥੋੜਾ ਹੋਰ ਦੱਸੋ। ਇਹ ਦੋ ਸ਼ਬਦ ਦੇਖੋ, ਕੁਰਸੀ ਬੱਚਾ, ਕੋਈ ਗੱਲ ਬਣੀ? ਨਹੀਂ। ਕੁਰਸੀ ਉੱਤੇ ਬੱਚਾ, ਹੁਣ ਕੋਈ ਗੱਲ ਬਣੀ? ਹਾਂਜੀ, ਹੁਣ ਤਾਂ ਠੀਕ ਹੈ। ਬਸ ਫਿਰ ਉੱਤੇ ਸ਼ਬਦ ਨੇ ਦੋ ਸ਼ਬਦਾਂ ਨੂੰ ਜੋੜ ਦਿੱਤਾ।
ਇਸ ਲਈ ਇਹ ਸੰਬੰਧਕ ਅਖਵਾਉਂਦਾ ਹੈ। ਉਹ ਅੱਛਾ, ਅਤੇ ਸੰਬੰਧਕ ਤੋਂ ਆਉਂਦੇ ਪਹਿਲੇ ਨਾਮ ਦਾ ਔਂਕੜ ਉੱਤਰ ਜਾਂਦਾ ਹੈ। ਠੀਕ। ਬਿਲਕੁਲ ਠੀਕ। ਬਾਲਕ ਮਰੈ, ਬਾਲਕ ਕੀ ਲੀਲਾ। ਪਹਿਲੇ ਬਾਲਕ ਨੂੰ ਔਂਕੜ ਹੈ ਪਰ ਦੂਸਰੇ ਨੂੰ ਨਹੀਂ, ਕਿਉਂਕਿ ਦੂਸਰੇ ਬਾਲਕ ਤੋਂ ਬਾਅਦ ਕੀ ਸੰਬੰਧਕ ਲੱਗਾ ਹੋਇਆ ਹੈ। ਕਮਾਲ ਹੈ ਗੁਰੂ ਸਾਹਿਬ, ਕਿਆ ਖੂਬ ਕਾਵਿ ਸਿਰਜਿਆ ਹੈ। ਬਲਿਹਾਰ ਬਲਿਹਾਰ ਬਲਿਹਾਰ। ਇਹ ਪੰਕਤੀ ਦੇਖੋ। ਗੁਰ ਦੀਖਿਆ ਜਿਹ ਮਨ ਵਸੈ, ਨਾਨਕ ਮਸਕ ਭਾਗ। ਇਸ ਵਿੱਚ ਗੁਰ ਦੇ ਰਾਰੇ ਨੂੰ ਕੋਈ ਮਾਤਰਾ ਨਹੀਂ, ਇੱਕ ਵਚਨ ਹੈ, ਪੁਲਿੰਗ ਹੈ, ਇਸ ਦੇ ਅੱਗੇ ਸੰਬੰਧਕ ਵੀ ਨਹੀਂ ਹੈ। ਫਿਰ ਗੁਰ ਦੇ ਰਾਰੇ ਨੂੰ ਔਂਕੜ ਕਿਉਂ ਨਹੀਂ ਹੈ? ਬਿਲਕੁਲ ਠੀਕ ਕਿਹਾ। ਇਸ ਪੰਕਤੀ ਦਾ ਕੀ ਅਰਥ ਕਰੋਗੇ? ਗੁਰੂ ਦੀ ਸਿੱਖਿਆ ਜਿਸ ਦੇ ਮਨ ਵਿੱਚ ਵਸ ਜਾਂਦੀ ਹੈ। ਦੀ ਕਿੱਥੋਂ ਲੱਗ ਗਿਆ? ਲੱਗਦਾ ਤੇ ਇਹੀ ਹੈ। ਠੀਕ ਹੈ, ਭਾਵ ਕਿ ਤੁਸੀਂ ਦੀ ਨੂੰ ਸੰਬੰਧਕ ਲਗਾ ਰਹੇ ਹੋ। ਹਾਂਜੀ। ਸੋ ਕਈ ਵਾਰ ਸੰਬੰਧਕ ਹੁੰਦਾ ਹੈ ਪਰ ਲੁਪਤ ਹੁੰਦਾ ਹੈ। ਅੱਛਾ, ਇਸ ਨੂੰ ਲੁਪਤ ਸੰਬੰਧਕ ਕਹਿੰਦੇ ਹਨ। ਹਾਂਜੀ, ਗੁਰਬਾਣੀ ਨੂੰ ਕਾਵਿਵਾਚਕ ਦੇ ਰੂਪ ਵਿੱਚ ਰੱਖਣ ਲਈ ਇਹ ਲੁਪਤ ਲੱਗਦਾ ਹੈ, ਪਰ ਨਿਯਮ ਸਾਰੇ ਸੰਬੰਧਕ ਵਾਲੇ ਹੀ ਹੁੰਦੇ ਹਨ। ਠੀਕ ਹੈ, ਲੁਪਤ ਭਾਵ ਛੁਪਿਆ ਹੋਇਆ ਸੰਬੰਧਕ। ਸਾ ਸੇਵਾ ਲਾਵੈ ਜਿਹੇ ਆਪੈ, ਇਸ ਪੰਕਤੀ ਵਿੱਚ ਵੀ ਦੀ ਸੰਬੰਧਕ ਲੱਗਦਾ ਹੈ। ਅੱਜ ਆਪਾਂ ਦੇਖਦੇ ਹਾਂ ਕਿ ਜੋ ਆਪਾਂ ਨਿਯਮ ਨਾਮ ਦੇ ਦੇਖੇ ਹਨ ਉਹ ਕਿਵੇਂ ਗੁਰਬਾਣੀ ਦੀ ਪੰਕਤੀ ਦੇ ਅਰਥ ਕਰਨ ਵਿੱਚ ਸਹਾਇਕ ਹੁੰਦੇ ਹਨ। ਇਸ ਸ਼ਬਦ ਦੇ 4 ਰੂਪ ਦੇਖੋ। ਹੁਣ ਜੇ ਵਿਆਕਰਣ ਦਾ ਬੋਧ ਨਾ ਹੋਵੇ ਤਾਂ ਅਰਥ ਕਰਨਾ ਕਿੰਨਾ ਔਖਾ ਹੋਵੇਗਾ। ਪਹਿਲੇ ਸ਼ਬਦ ਦਾ ਭਾਵ ਹੋਇਆ ਗੁਰੂ ਦੇ ਸਿੱਖ। ਉਹ ਕਿਉਂ? ਕਿਉਂਕਿ ਗੁਰੂ ਨੂੰ ਔਂਕੜ ਨਹੀਂ ਹੈ, ਗੁਰ ਪੁਲਿੰਗ ਹੈ, ਇੱਕ ਵਚਨ ਹੈ, ਸੋ ਇਸ ਦੇ ਪਿੱਛੇ ਸੰਬੰਧਕ ਲੱਗੇਗਾ ਜੋ ਕਿ ਲੁਪਤ ਹੈ। ਅਤੇ ਸਿੱਖ? ਸਿੱਖ ਦੇ ਖੱਖੇ ਨੂੰ ਔਂਕੜ ਨਹੀਂ ਹੈ, ਸੋ ਇਹ ਬਹੁਵਚਨ ਹੋਇਆ, ਬਹੁਤੇ ਗੁਰਸਿੱਖ। ਬਿਲਕੁਲ, ਇਸ ਨੂੰ ਗੁਰੂ ਦੇ ਸਿੱਖ ਪੜ੍ਹਿਆ ਜਾਵੇਗਾ। ਗੁਰਸਿੱਖ। ਇਸ ਵਿੱਚ ਗੁਰ ਦੇ ਰਾਰੇ ਨੂੰ ਔਂਕੜ ਹੈ, ਸੋ ਇਸ ਪਿੱਛੇ ਸੰਬੰਧਕ ਨਹੀਂ ਲੱਗ ਸਕਦਾ। ਫਿਰ ਇੱਥੇ ਹਾਂਜੀ, ਨਿਯਮ ਆਪਾਂ ਅੱਗੇ ਦੇਖਾਂਗੇ, ਪਰ ਇੱਥੇ ਸਮਝਣਾ ਜ਼ਰੂਰੀ ਹੈ ਕਿ ਇਸ ਨੂੰ ਗੁਰੂ ਦਾ ਕਰਕੇ ਨਾ ਪੜ੍ਹਿਆ ਜਾਵੇ। ਅਗਲੇ 2 ਸ਼ਬਦਾਂ ਦਾ ਕੀ ਭਾਵ ਹੈ ਆਪ ਜੀ ਕਮੈਂਟ ਵਿੱਚ ਦੱਸਣਾ। ਨਾਮ ਦੇ ਹੁਣ ਤੱਕ ਦੇ ਪੜ੍ਹੇ ਨਿਯਮਾਂ ਦਾ ਇੱਕ ਅਭਿਆਸ ਆਪ ਜੀ ਕਮੈਂਟ ਵਿੱਚ ਜ਼ਰੂਰ ਦੱਸਣਾ। ਸੁਣਿਆ ਦੁੱਖ ਪਾਪ ਕਾ ਨਾਸ। ਇਸ ਪੰਕਤੀ ਵਿੱਚ ਕਿੰਨੇ ਦੁੱਖ ਅਤੇ ਕਿੰਨੇ ਪਾਪਾਂ ਦੀ ਗੱਲ ਹੋ ਰਹੀ ਹੈ? ਸੁਣਿਆ ਈਸਰ ਬ੍ਰਹਮਾ ਇੰਦ। ਇਸ ਪੰਕਤੀ ਵਿੱਚ ਕਿੰਨੇ ਈਸਰ ਅਤੇ ਕਿੰਨੇ ਇੰਦ ਦੀ ਗੱਲ ਹੋ ਰਹੀ ਹੈ? ਬ੍ਰਹਮਾ ਇੱਕ ਹੈ ਕਿ ਜ਼ਿਆਦਾ? ਜੇ ਇੱਕ ਹੈ ਤਾਂ ਮੰਮੇ ਨੂੰ ਔਂਕੜ ਕਿਉਂ ਨਹੀਂ? ਹਰ ਜਨ ਕੋ ਅਬਦਾ ਨਿਕਟ ਨ ਆਵੈ, ਪੂਰਨ ਦਾਸ ਕੇ ਕਾਮ ਰਹਾਓ। ਦਾਸ ਤਾਂ ਇੱਕ ਵਚਨ ਪੁਲਿੰਗ ਪ੍ਰਤੀਤ ਹੁੰਦਾ ਹੈ, ਫਿਰ ਦਾਸ ਦੇ ਸੱਸੇ ਨੂੰ ਔਂਕੜ ਕਿਉਂ ਨਹੀਂ? ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇਆ। ਇਸ ਪੰਕਤੀ ਵਿੱਚ ਅਰਥ ਇਉਂ ਕਰਨਾ ਠੀਕ ਹੋਵੇਗਾ? ਨਾਮ ਦਾ ਭੋਜਨ? ਜੇ ਨਹੀਂ ਤੇ ਕਿਉਂ? ਆਸਾਵੰਤੀ ਆਸ ਗੁਸਾਈ ਪੂਰੀ ਹੈ। ਆਸ ਤਾਂ ਨਾਮ ਹੈ, ਫਿਰ ਸੱਸੇ ਨੂੰ ਔਂਕੜ ਕਿਉਂ ਨਹੀਂ? ਦਾਸ ਤੁਮਾਰੇ ਕੀ ਪਾਵੋ ਧੂਰਾ, ਮਸਤਕ ਲੈ ਲੈ ਲਾਵੋ। ਮਸਤਕ ਤਾਂ ਮੱਥਾ ਹੁੰਦਾ ਹੈ, ਪੁਲਿੰਗ, ਫਿਰ ਕੱਕੇ ਨੂੰ ਔਂਕੜ ਕਿਉਂ ਨਹੀਂ? ਨਾਮ ਦੇ ਨਿਯਮ ਪੱਕੇ ਕਰਨ ਦੇ ਕੁਝ ਹੋਰ ਅਭਿਆਸ। 3 ਐਥ ਹੈ ਉਥ ਹੈ ਮੁਖ ਉਜਲੇ, ਹਰ ਦਰਗਹਿ ਪੈਦੇ ਜਾਹੇ। ਕਿੰਨੇ ਮੁਖ ਮੂੰਹਾਂ ਦੀ ਗੱਲ ਹੋ ਰਹੀ ਹੈ ਤੇ ਕਿਵੇਂ ਪਤਾ ਲੱਗਦਾ ਹੈ? ਦਰਗਹਿ ਤਾਂ ਜਗ੍ਹਾ ਹੈ, ਫਿਰ ਹਾਹੇ ਨੂੰ ਔਂਕੜ ਕਿਉਂ ਨਹੀਂ? ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜੈ ਡਾਰ। ਜੋ ਸਿਰ ਸਾਈਂ ਦੇ ਨਹੀਂ ਨਿਭਦੇ ਉਹ ਸਿਰ ਕੱਟ ਦੇਣੇ ਚਾਹੀਦੇ ਹਨ। ਕੀ ਇਹ ਠੀਕ ਵਿਆਖਿਆ ਹੈ? ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਨਾਮ ਦੇ ਮੰਮੇ ਨੂੰ ਔਂਕੜ ਕੀ ਸਿਧਾਂਤ ਦਰਸਾਉਂਦਾ ਹੈ? ਭੁੱਖ ਦੇ ਖੱਖੇ ਨੂੰ ਔਂਕੜ ਕਿਉਂ ਨਹੀਂ ਹੈ? ਦੂਸਰੇ ਮਨ ਦੇ ਨੰਨੇ ਨੂੰ ਔਂਕੜ ਕਿਉਂ ਨਹੀਂ ਹੈ? ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਕਰ ਲਿਆਨ। ਸੇਵ ਨਾਮ ਹੈ, ਫਿਰ ਇਸ ਦੇ ਵਾਵੇ ਨੂੰ ਔਂਕੜ ਕਿਉਂ ਨਹੀਂ? ਅਖੀਰਲੇ ਅੱਖਰ ਤੋਂ ਔਂਕੜ ਉਤਰਨ ਦਾ ਇੱਕ ਚੌਥਾ ਕਾਰਨ ਹੋਰ ਹੋ ਸਕਦਾ ਹੈ ਕਿ ਜੇਕਰ ਉਸ ਨਾਮ ਸ਼ਬਦ ਨੂੰ ਸੰਬੋਧਨ ਹੋਵੇ। ਕਿਵੇਂ? ਜਿਵੇਂ ਹੇ ਪ੍ਰਭ, ਹੇ ਨਾਨਕ, ਹੇ ਕਬੀਰ। ਕੋਈ ਉਦਾਹਰਣ? ਨਾਨਕ ਦਾਤਾ ਏਕ ਹੈ, ਦੂਜਾ ਔਰ ਨਾ ਕੋਈ। ਇਸ ਪੰਕਤੀ ਦਾ ਅਰਥ ਹੇ ਨਾਨਕ ਕਰਕੇ ਕੀਤਾ ਜਾਵੇਗਾ। ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ਼। ਇਸ ਪੰਕਤੀ ਵਿੱਚ ਮੀਤ ਅਤੇ ਗੁਰਦੇਵ ਦੋਨੋਂ ਇੱਕ ਵਚਨ ਪੁਲਿੰਗ ਨਾਮ ਨੇ ਤੇ ਇਹਨਾਂ ਦੇ ਅੱਗੇ ਕੋਈ ਸੰਬੰਧਕ ਵੀ ਨਹੀਂ ਲੱਗਿਆ ਹੋਇਆ। ਇਹਨਾਂ ਸ਼ਬਦਾਂ ਦਾ ਔਂਕੜ ਉਤਰਨ ਦਾ ਕਾਰਨ ਹੈ ਕਿ ਇਹਨਾਂ ਸ਼ਬਦਾਂ ਨੂੰ ਸੰਬੋਧਨ ਕੀਤਾ ਗਿਆ ਹੈ। ਹੇ ਮੀਤ, ਹੇ ਗੁਰਦੇਵ, ਹੇ ਮੇਰੇ ਮਿੱਤਰ, ਹੇ ਮੇਰੇ ਗੁਰੂਦੇਵ ਕਰਕੇ ਇਸ ਪੰਕਤੀ ਦਾ ਅਰਥ ਹੋਵੇਗਾ। ਫਿਰ ਜਿੱਥੇ ਮਨ ਬਿਨਾਂ ਔਂਕੜ ਤੋਂ ਆਉਂਦਾ ਹੈ ਉੱਥੇ ਮਨ ਨੂੰ ਸੰਬੋਧਨ ਹੈ? ਬਿਲਕੁਲ ਇਦਾਂ ਹੀ। ਕੁਝ ਸੰਬੋਧਨ ਉਦਾਹਰਨਾਂ ਦੱਸੋ। ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮਕਾੜ। ਇਸ ਪੰਕਤੀ ਦੇ ਅਰਥ ਹੇ ਨਾਨਕ ਕਰਕੇ ਕੀਤੇ ਜਾਣਗੇ ਕਿਉਂਕਿ ਨਾਨਕ ਨੂੰ ਸੰਬੋਧਨ ਹੈ।
ਕੱਕੇ ਨੂੰ ਔਂਕੜ ਨਹੀਂ ਹੈ। ਇੱਕ ਨਾਮ ਪੁਲਿੰਗ ਹੈ। ਇਸ ਤੇ ਕੱਕੇ ਨੂੰ ਨਾ ਔਂਕੜ ਹੋਣ ਦਾ ਕਾਰਨ ਇਹ ਹੈ ਕਿ ਉਹ ਨਾਨਕ ਨੂੰ ਸੰਬੋਧਨ ਹੈ। ਜੇਕਰ ਨਾਨਕ ਮੁੱਸੇ ਇਕੱਠਾ ਪੜਿਆ ਜਾਂਦਾ ਹੈ ਤਾਂ ਅਰਥ ਦਾ ਬਹੁਤ ਅਨਰਥ ਹੋ ਜਾਵੇਗਾ। ਮਨ ਹਰ ਜਪ ਮੀਠਾ ਲਾਗੈ ਭਾਈ, ਗੁਰਮੁਖ ਪਾਏ ਹਰ ਥਾਏ। ਇਸ ਪੰਕਤੀ ਵਿੱਚ ਮਨ ਨੂੰ ਸੰਬੋਧਨ ਹੈ। ਹੇ ਮਨ ਕਰਕੇ ਇਸ ਪੰਕਤੀ ਦੇ ਅਰਥ ਕੀਤੇ ਜਾਣਗੇ, ਕਿਉਂਕਿ ਮਨ ਇੱਕ ਵਚਨ ਪੁਲਿੰਗ ਹੈ। ਇਸ ਦੇ ਅੱਗੇ ਕੋਈ ਸੰਬੰਧਕ ਨਹੀਂ ਹੈ ਤੇ ਇਸ ਦੇ ਨੰਨੇ ਨੂੰ ਕੋਈ ਮਾਤਰਾ ਨਹੀਂ ਹੈ। ਔਂਕੜ ਨਾ ਹੋਣ ਦਾ ਕਾਰਨ ਇਹ ਹੈ ਕਿ ਮਨ ਨੂੰ ਸੰਬੋਧਨ ਕੀਤਾ ਹੋਇਆ ਹੈ। ਨਾਨਕ ਦਾਸ ਤੇਰੀ ਸ਼ਰਣਾ। ਇਸ ਪੰਕਤੀ ਨੂੰ ਨਾਨਕ ਦਾਸ ਨਹੀਂ ਪੜ੍ਹਿਆ ਜਾਏਗਾ, ਕਿਉਂਕਿ ਨਾਨਕ ਨੂੰ ਸੰਬੋਧਨ ਹੈ। ਨਾਨਕ ਇੱਕ ਵਚਨ ਪੁਲਿੰਗ ਹੈ, ਅੱਗੇ ਕੋਈ ਸੰਬੰਧਕ ਨਹੀਂ ਹੈ। ਨਾਨਕ ਦੇ ਕੱਕੇ ਨੂੰ ਕੋਈ ਮਾਤਰਾ ਨਹੀਂ ਹੈ ਤੇ ਔਂਕੜ ਨਾ ਹੋਣ ਦਾ ਕਾਰਨ ਇਹ ਹੈ ਕਿ ਨਾਨਕ ਨੂੰ ਸੰਬੋਧਨ ਹੈ। ਹੇ ਨਾਨਕ ਦਾਸ ਤੇਰੀ ਸ਼ਰਣਾ। ਇਸੇ ਤਰ੍ਹਾਂ ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚਖੜਾ ਚਾਕ। ਇਸ ਵਿੱਚ ਵੀ ਨਾਨਕ ਨੂੰ ਉਸੇ ਤਰ੍ਹਾਂ ਹੀ ਸੰਬੋਧਨ ਹੈ। ਨਾਨਕ ਲੇਖੇ ਨਹੀਂ ਪੜ੍ਹਿਆ ਜਾਊਗਾ, ਨਾਨਕ ਲੇਖੈ ਇੱਕ ਗੱਲ। ਇਸ ਤਰ੍ਹਾਂ ਆਪਾਂ ਬਹੁਤੇ ਸ਼ਬਦਾਂ ਵਿੱਚ ਦੇਖਦੇ ਹਾਂ ਕਿ ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਨਹੀਂ ਹੋਵੇਗਾ ਉੱਥੇ ਰੁਕ ਕੇ ਪਾਠ ਕਰਨਾ ਠੀਕ ਲੱਗਦਾ ਹੈ। ਨਾਂਵ ਤੋਂ ਔਂਕੜ ਉਤਰਨ ਦਾ ਇੱਕ ਹੋਰ ਕਾਰਨ, ਜੇਕਰ ਇੱਕ ਵਚਨ ਨਾਂਵ ਤੋਂ ਬਾਅਦ ਭੀ, ਹੀ ਜਾਂ ਜੀ ਲੱਗਦਾ ਹੋਵੇ ਤਾਂ ਨਾਮ ਦੇ ਅਖੀਰਲੇ ਅੱਖਰ ਤੋਂ ਔਂਕੜ ਉਤਰ ਜਾਂਦਾ ਹੈ। ਨਾਨਕ ਕਹਿਤ ਪੁਕਾਰ ਕੇ ਗਹੋ ਪ੍ਰਭ ਸਰਨਾਈ। ਕਿਉਂਕਿ ਨਾਨਕ ਇੱਕ ਵਚਨ ਪੁਲਿੰਗ ਹੈ, ਇਸ ਦੇ ਪਿੱਛੇ ਕੋਈ ਸੰਬੰਧਕ ਨਹੀਂ, ਨਾਨਕ ਨੂੰ ਸੰਬੋਧਨ ਨਹੀਂ, ਸੋ ਨਾਨਕ ਦੇ ਕੱਕੇ ਤੋਂ ਔਂਕੜ ਉਤਰਨ ਦਾ ਕਾਰਨ ਹੈ ਕਿ ਨਾਨਕ ਦੇ ਅੱਗੇ ਭੀ ਪੜਿਆ ਜਾਵੇਗਾ। ਨਾਨਕ ਭੀ ਪੁਕਾਰ ਕੇ ਕਹਿੰਦਾ ਹੈ ਕਿ ਪ੍ਰਭੂ ਦੀ ਸ਼ਰਨ ਪਿਆ ਰਹੋ। ਅਚੁੱਤ ਪੂਜਾ ਜੋ ਗੋਪਾਲ। ਗੋਪਾਲ ਇੱਕ ਵਚਨ ਪੁਲਿੰਗ ਹੈ, ਇਸ ਦੇ ਪਿੱਛੇ ਕੋਈ ਸੰਬੰਧਕ ਨਹੀਂ, ਗੋਪਾਲ ਨੂੰ ਸੰਬੋਧਨ ਨਹੀਂ, ਸੋ ਨਾਨਕ ਦੇ ਕੱਕੇ ਦਾ ਔਂਕੜ ਉਤਰਨ ਦਾ ਕਾਰਨ ਹੈ ਕਿ ਨਾਨਕ ਦੇ ਅੱਗੇ ਹੀ ਪੜਿਆ ਜਾਵੇਗਾ। ਧਰਤੀ ਦਾ ਰਾਖਾ ਅਤੇ ਅਬਿਨਾਸੀ ਪ੍ਰਭੂ ਹੀ ਪੂਜਾ ਦਾ ਹੱਕਦਾਰ ਹੈ। ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ। ਠਾਕੁਰ ਜੀ, ਕਿਉਂਕਿ ਭਏ ਸ਼ਬਦ ਆ ਰਿਹਾ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਆਪਾਂ ਨਾਮ ਦੇ ਨਾਲ ਆਉਂਦੇ ਔਂਕੜ ਦੇ ਨਿਯਮ ਪੜ੍ਹੇ ਹਨ। ਇਹ ਸਾਰੇ ਨਿਯਮ ਆਪਾਂ ਇਸ ਤਰ੍ਹਾਂ ਸੌਖੇ ਢੰਗ ਨਾਲ ਯਾਦ ਰੱਖ ਸਕਦੇ ਹਾਂ। ਸਿੱਖਣਾ ਅਤੇ ਸ਼ੇਅਰ ਕਰਨਾ ਜੀ। ਸਮਝ ਨਾ ਲੱਗੇ ਤਾਂ ਕਮੈਂਟ ਕਰਕੇ ਦੱਸਣਾ।